ਜਸਵਿੰਦਰ ਕੌਰ ਸੋਹਲ। ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕਸ, ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਆਏ ਹੋ। ਅਸੀਂ ਐਕਚੁਅਲੀ ਨੌਦੀਪ ਜੋ ਕਿ ਕਿਸਾਨ ਅੰਦੋਲਨ ਵਿੱਚ ਇੱਕ ਲੜਕੀ ਜੋ ਉੱਥੇ ਪ੍ਰੋਟੈਸਟ 'ਚ ਗਈ ਸੀ, ਉਹ ਉੱਥੇ ਕਰਨਾਲ ਜੇਲ੍ਹ ਦੇ ਵਿੱਚ ਬੰਦ ਹੈ। ਔਰ ਉਹਦੇ ਪੇਰੈਂਟਸ ਦੀ ਮੈਨੂੰ ਮਾਨਵ ਅਧਿਕਾਰ ਦੇ ਲਈ ਇੱਕ ਐਪਲੀਕੇਸ਼ਨ ਆਈ ਸੀ ਉਹਦੇ ਮਦਰ ਵੱਲੋਂ ਕਿ ਅਸੀਂ ਮਾਨਵ ਅਧਿਕਾਰ ਵੱਲੋਂ ਉਹਨਾਂ ਦੇ ਇਸ ਕੇਸ ਵਿੱਚ ਇੰਟਰਫੇਅਰ ਕਰੀਏ। ਸੋ ਮੈਂ ਪੰਜਾਬ ਕਮਿਸ਼ਨ ਹਿਊਮਨ ਰਾਈਟ ਨੂੰ ਇਹ ਲੈਟਰ ਲਿਖੀ ਹੈ, ਜੋ ਉਹਨਾਂ ਨੂੰ ਅਸੀਂ ਸੂਚਿਤ ਕਰ ਦਿੱਤਾ ਹੈ ਕਿ ਸਾਨੂੰ ਇਹਦਾ ਜਲਦ ਤੋਂ ਜਲਦ ਰਿਪਲਾਈ ਦਿੱਤਾ ਜਾਵੇ, ਕਿਉਂਕਿ ਸਾਨੂੰ ਮੀਡੀਆ ਦੇ ਹਵਾਲੇ ਨਾਲ ਬਹੁਤ ਕੁਝ ਪਤਾ ਲੱਗਾ ਹੈ ਨੌਦੀਪ ਦੇ ਕੇਸ ਬਾਰੇ ਕਿ ਉਹਨੂੰ ਉੱਥੇ ਫਿਜ਼ੀਕਲੀ ਹਰਾਸਮੈਂਟ ਹੋਈ ਹੈ ਔਰ ਉਹ ਜੇਲ੍ਹ ਦੇ ਅੰਦਰ ਹੈ। ਮੇਰੀ ਉਹਦੇ ਪੇਰੈਂਟਸ ਨਾਲ ਵੀ ਗੱਲ ਹੋਈ, ਜੋ ਉਹ ਸਾਨੂੰ ਦੱਸ ਰਹੇ ਨੇ ਔਰ ਜੋ ਸਾਨੂੰ ਮੀਡੀਆ ਦੇ ਅਕੋਰਡਿੰਗ ਪਤਾ ਲੱਗ ਰਹੀਆਂ ਜਾਂ ਇੱਕ ਇੰਟਰਨੈਸ਼ਨਲ ਨਿਊਜ਼ ਬਣ ਚੁੱਕੀ ਹੈ ਨੌਦੀਪ ਦੀ। ਅਤੇ ਹੁਣ ਅਸੀਂ ਕਰਨਾਲ ਜਾ ਕੇ ਹਰਿਆਣਾ ਸਰਕਾਰ ਤੋਂ ਪਰਮਿਸ਼ਨ ਲੈ ਰਹੇ ਹਾਂ। ਅਸੀਂ ਉਹਨੂੰ ਪਰਸਨਲੀ ਮਿਲਣਾ ਹੈ ਨੌਦੀਪ ਨੂੰ, ਤਾਂ ਕਿ ਇਸ ਮਾਮਲੇ ਦੀ ਸਾਨੂੰ ਤਹਿ ਤੱਕ ਪਤਾ ਲੱਗ ਸਕੇ ਕਿ ਅਗਰ ਤਾਂ ਉਸ ਦੇ ਨਾਲ ਵਾਕਿਆ ਹੀ ਕੁਝ ਗਲਤ ਹੋ ਰਿਹਾ ਹੈ ਅਤੇ ਇਹ ਮਾਨਵ ਅਧਿਕਾਰਾਂ ਦੀ ਖੰਡਨਾ ਹੈ ਜੋ ਕਿ ਅਸੀਂ ਨਹੀਂ ਹੋਣ ਦੇਵਾਂਗੇ। ਔਰ ਜੇ ਕਿਸੇ ਤਰੀਕੇ ਨਾਲ ਵੀ ਉਹ ਕਸੂਰਵਾਰ ਪਾਈ ਜਾਂਦੀ ਹੈ ਤਾਂ ਫਿਰ ਮੇਰੇ ਖਿਆਲ ਨਾਲ ਜੋ ਇੱਕ ਫੀਮੇਲ ਨੂੰ ਕੁਝ ਪੋਲਾਈਟਲੀ ਜੋ ਉਹਦੇ ਕ੍ਰਿਮੀਨਲ ਚਾਰਜਿਸ ਦੇ ਅਕੋਰਡਿੰਗ ਉਹਦੇ ਨਾਲ ਉਹ ਵਿਵਹਾਰ ਰੱਖਿਆ ਜਾਵੇ, ਕਿਉਂਕਿ ਉਹਦੇ ਪੇਰੈਂਟਸ ਨੇ ਜੋ ਦੱਸਿਆ ਹੈ ਸਾਨੂੰ ਕਿ ਦਸੰਬਰ ਸੀ 10 ਦਸੰਬਰ ਆਈ ਥਿੰਕ 18 ਦਸੰਬਰ ਦੀ ਗੱਲ ਹੈ, ਜਦੋਂ ਇਹ ਕੁੰਡਲੀ ਬਾਰਡਰ ਤੋਂ ਗਈ ਹੈ ਉੱਥੇ ਪ੍ਰੋਟੈਸਟ ਵਿੱਚ ਸ਼ਾਮਿਲ ਹੋਈ ਹੈ। ਇਹਨੇ ਕਿਸਾਨ ਅੰਦੋਲਨ ਨੂੰ ਸਮਰਥਨ ਕੀਤਾ ਹੈ ਔਰ ਕਿਸਾਨ ਮਜ਼ਦੂਰ ਏਕਤਾ ਔਰ ਦੋਨੋਂ ਇਕੱਠੇ ਹੋ ਕੇ ਇਹਨਾਂ ਨੇ ਸਮਰਥਨ ਕੀਤਾ। ਕੁਝ ਨਾਅਰੇਬਾਜ਼ੀਆਂ ਇਹਨਾਂ ਦੀਆਂ ਉੱਥੇ ਹੋਈਆਂ, ਪੁਲਿਸ ਨਾਲ ਕੁਝ ਝੜਪ ਹੋਈ ਔਰ ਪੁਲਿਸ ਨੇ ਇਹਨਾਂ ਨੂੰ ਉਸ ਟਾਈਮ ਵੀ ਲਾਠੀ ਚਾਰਜ ਹੋਇਆ ਇਹਨਾਂ 'ਤੇ। ਫਿਰ ਉਹਦੀ ਸਿਸਟਰ ਨੇ ਦੱਸਿਆ ਕਿ ਉਸ ਤੋਂ ਬਾਅਦ ਅਗੇਨ ਜਨਵਰੀ ਵਿੱਚ 21 ਜਨਵਰੀ ਦੀ ਗੱਲ ਹੈ ਕਿ ਜਦੋਂ ਨੌਦੀਪ ਉੱਥੇ ਕੁੰਡਲੀ ਬਾਰਡਰ 'ਤੇ ਹੀ ਸੀ ਔਰ ਫਿਰ ਕੁਝ ਪੁਲਿਸ ਵਾਲੇ ਆਏ, ਉਹਨਾਂ ਨੇ ਫਾਇਰਿੰਗ ਸ਼ੁਰੂ ਕੀਤੀ। ਔਰ ਜਦੋਂ ਨੌਦੀਪ ਨੇ ਉਸਦੇ ਕਿਉਂਕਿ ਉਹ ਇੱਕ ਮਜ਼ਦੂਰ ਯੂਨੀਅਨ ਦੀ ਆਈ ਥਿੰਕ ਨੇਤਾ ਵੀ ਹੈ, ਕੁਛ ਇੱਦਾਂ ਦਾ ਵੀ ਉਹਨਾਂ ਦਾ ਹੈਗਾ, ਔਰ ਉਹ ਸਾਰਿਆਂ ਨੇ ਫਿਰ ਜਦੋਂ ਪੁਲਿਸ ਵੱਲੋਂ ਫਾਇਰਿੰਗ ਹੋਈ ਤਾਂ ਫਿਰ ਉਹਨਾਂ ਨੇ ਉਹਨਾਂ 'ਤੇ ਪਥਰਾਵ ਸ਼ੁਰੂ ਕੀਤਾ ਔਰ ਪਥਰਾਵ ਹੋਣ ਤੋਂ ਬਾਅਦ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ। ਔਰ ਫਿਰ ਉਹਦੇ ਪੇਰੈਂਟਸ ਦਾ ਕਹਿਣਾ ਹੈ ਕਿ ਲੜਕੀ ਦਾ ਸਾਨੂੰ ਪਤਾ ਨਹੀਂ ਲੱਗਾ। ਅਸੀਂ SHO ਕੋਲੋਂ ਪੁੱਛਿਆ ਕਿ ਲੜਕੀ ਕਿੱਥੇ ਹੈ, ਕੋਈ ਕਾਫੀ ਦਿਨਾਂ ਤੱਕ ਉਹਨਾਂ ਨੂੰ ਕੋਈ ਖਬਰ ਨਹੀਂ ਰਹੀ। ਫਿਰ ਉਹਨਾਂ ਨੂੰ ਕੰਟਰੋਲ ਰੂਮ ਤੋਂ ਪਤਾ ਲੱਗਾ ਅਤੇ ਫਿਰ ਉਹਨਾਂ ਨੂੰ ਪਤਾ ਚੱਲਿਆ ਕਿ ਉਹ ਕਰਨਾਲ ਜੇਲ੍ਹ 'ਚ ਹੈ। ਫਿਰ ਉਹਦੀ ਮੈਡੀਕਲ ਰਿਪੋਰਟ ਦੇ ਅਕੋਰਡਿੰਗ ਲੜਕੀ ਨੂੰ ਫਿਜ਼ੀਕਲੀ ਹਰਾਸਮੈਂਟ ਵੀ ਕੀਤਾ ਗਿਆ, ਉਹਦੇ ਪ੍ਰਾਈਵੇਟ ਪਾਰਟਸ 'ਤੇ ਵੀ, ਔਰ ਉਹ ਵੀ ਮੇਲ ਪੁਲਿਸ ਆਫੀਸਰ ਵੱਲੋਂ ਇਹ ਸਾਰਾ ਕੁਝ ਹੋਇਆ, ਜਦਕਿ ਕੋਈ ਵੀ ਮੇਲ ਆਫੀਸਰ ਕਿਸੇ ਵੀ ਫੀਮੇਲ ਨੂੰ ਇਸ ਤਰੀਕੇ ਨਾਲ ਟਾਰਚਰ ਨਹੀਂ ਕਰ ਸਕਦਾ। ਸੋ ਅਸੀਂ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੋਸ਼ਿਸ਼ ਹੀ ਨਹੀਂ, ਸਾਡੀ ਸੰਭਵ ਮਤਲਬ ਇਹੀ ਰਹੇਗਾ ਕਿ ਅਸੀਂ ਇਹ ਜਿਹੜੇ ਪੰਜਾਬ ਹਾਈ ਕਮਿਸ਼ਨ ਜਿਹੜੇ ਹੈ ਹਿਊਮਨ ਰਾਈਟ ਦੇ, ਉਹਨਾਂ ਨੂੰ ਇਹ ਲੈਟਰ ਫਾਰਵਰਡ ਕੀਤੀ ਹੈ ਔਰ ਮੈਂ ਜਲਦ ਤੋਂ ਜਲਦ ਇਹਦਾ ਰਿਪਲਾਈ ਮੰਗਿਆ ਹੈ ਤਾਂ ਕਿ ਮੈਂ ਇਸ ਮਾਮਲੇ ਦੀ ਤਹਿ ਤੱਕ ਜਾਵਾਂ। ਜੋ ਮੇਰੀ ਡਿਊਟੀ ਹੈ ਬੀਇੰਗ ਏ ਪੰਜਾਬ ਪ੍ਰੈਜ਼ੀਡੈਂਟ ਹਿਊਮਨ ਰਾਈਟ ਦੇ ਉੱਤੇ ਮੈਂ ਕੰਮ ਕਰ ਰਹੀ ਹਾਂ, ਮਾਨਵ ਅਧਿਕਾਰਾਂ ਦੇ ਉੱਤੇ, ਅਤੇ ਜੋ ਮਾਨਵ ਅਧਿਕਾਰਾਂ ਦੀ ਖੰਡਨਾ ਜਿਸ ਜਗ੍ਹਾ ਵੀ ਹੁੰਦੀ ਹੈ ਉੱਥੇ ਸਾਡੀ ਆਵਾਜ਼ ਬੁਲੰਦ ਰਹੇਗੀ। ਜਿੱਥੇ ਅਨਿਆਏ ਹੋ ਰਿਹਾ ਉਹਦੇ ਖਿਲਾਫ ਸਾਡੀ ਆਵਾਜ਼ ਉੱਠਦੀ ਰਹੇਗੀ। ਇਸ ਤੋਂ ਇਲਾਵਾ ਮੇਰੇ ਇੱਕ ਦੋ ਹੋਰ ਵੀ ਜੋ ਸਮਾਜਿਕ ਪ੍ਰੋਬਲਮਸ ਚੱਲ ਰਹੀਆਂ, ਜਿਵੇਂ ਕਿ ਆਪਾਂ ਪਿੱਛੇ 3-4 ਦਿਨ ਪਹਿਲੇ ਦੀ ਗੱਲ ਹੈ, ਲੁਧਿਆਣੇ ਵਿੱਚ ਇੱਕ ਰੇਪ ਕੇਸ ਹੋਇਆ 7 ਸਾਲ ਦੀ ਬੱਚੀ ਦੇ ਨਾਲ, ਜੋ ਕਿ ਦਿਮਾਗੀ ਤੌਰ 'ਤੇ ਵੀ ਬੱਚੀ ਠੀਕ ਨਹੀਂ ਸੀ ਔਰ LKG ਦੀ ਸਟੂਡੈਂਟ ਹੈ। ਸਕੂਲ ਦੇ ਵਿੱਚ ਇੱਦਾਂ ਦੀ ਮੰਦਭਾਗੀ ਘਟਨਾ ਹੋਣਾ ਬੜੀ ਹੀ ਸ਼ਰਮ ਵਾਲੀ ਗੱਲ ਹੈ, ਕਿਉਂਕਿ ਸਾਡੇ ਸਮਾਜ ਦੇ ਵਿੱਚ ਅਗਰ ਇਸ ਤਰੀਕੇ ਦੀਆਂ ਸ਼ਰਮਨਾਕ ਘਟਨਾ ਦੇ ਲਈ ਅਸੀਂ ਆਵਾਜ਼ ਨਹੀਂ ਉਠਾਉਂਦੇ ਹਾਂ ਤੇ ਕਿਤੇ ਨਾ ਕਿਤੇ ਕਿਸੇ ਦੀ ਵੀ ਜੋ ਬੇਟੀਆਂ ਉਹ ਸੁਰੱਖਿਅਤ ਨਹੀਂ ਨੇ, ਅਤੇ ਇਹ ਸਾਨੂੰ ਇਸ ਚੀਜ਼ਾਂ ਦੇ ਖਿਲਾਫ ਆਪਣੀ ਆਵਾਜ਼ ਨੂੰ ਉਠਾਉਣਾ ਪਏਗਾ। ਔਰ ਜੋ ਲੋਕਤੰਤਰ ਦਾ ਦਿਨ ਦਿਹਾੜੇ ਕਤਲ ਹੋ ਰਿਹਾ ਹੈ, ਸਾਨੂੰ ਆਪਣੇ ਹੱਕਾਂ ਲਈ ਆਵਾਜ਼ ਉਠਾਉਣੀ ਪੈਂਦੀ ਹੈ ਵਾਰ-ਵਾਰ। ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਇੱਥੇ ਪ੍ਰਸ਼ਾਸਨ ਵੀ ਜ਼ਿੰਮੇਦਾਰ ਹੈ, ਕਿਉਂਕਿ ਜੋ ਲੁਧਿਆਣਾ ਵਿੱਚ ਹੋਇਆ ਇਹ ਨਹੀਂ ਹੁੰਦਾ ਕਿ ਇਹ ਅੰਮ੍ਰਿਤਸਰ 'ਚ ਨਹੀਂ ਹੋਇਆ ਅਤੇ ਲੁਧਿਆਣਾ 'ਚ ਹੋਇਆ, ਇੱਥੇ ਨਹੀਂ ਹੋਇਆ ਅਤੇ ਉੱਥੇ ਹੋਇਆ, ਕਿਉਂਕਿ ਬੇਟੀਆਂ ਸਭ ਦੀਆਂ ਸਾਂਝੀਆਂ, ਚਾਹੇ ਉਹ ਕਿਤੇ ਵੀ ਹੋਇਆ। ਇਹ ਪੰਜਾਬ ਦਾ ਮੁੱਦਾ ਹੈ। ਅਗਰ ਧੀਆਂ ਭੈਣਾਂ ਨਾਲ ਇੱਦਾਂ ਹੁੰਦਾ ਰਹਿੰਦਾ ਹੈ ਤਾਂ ਬਹੁਤ ਹੀ ਦੁੱਖ ਦੀ ਗੱਲ ਹੈ, ਚਾਹੇ ਅੱਜ ਉਹ ਨੌਦੀਪ ਨਾਲ ਕੁਝ ਹੋ ਰਿਹਾ ਹੈ ਜਾਂ ਫਿਰ ਉਹ ਛੋਟੀ ਬੱਚੀ ਨਾਲ ਹੋਇਆ। ਇਹ ਸਾਰੀਆਂ ਬਹੁਤ ਹੀ ਗਲਤ ਮਤਲਬ ਇੱਕ ਸ਼ਰਮਨਾਕ ਘਟਨਾ ਹੈ ਜਿਨ੍ਹਾਂ ਨੂੰ ਜਿਹੜੇ ਆ ਦਰਿੰਦੇ ਅੰਜਾਮ ਦਿੰਦੇ ਆ ਔਰ ਅਸੀਂ ਲੋਕ ਕੋਈ ਆਵਾਜ਼ ਨਹੀਂ ਉਠਾਉਂਦੇ। ਇੱਕ ਦਿਨ ਦੀ ਗੱਲ ਹੁੰਦੀ ਹੈ ਅਤੇ ਮੇਰੇ ਖਿਆਲ ਨਾਲ ਜਿੰਨਾ ਇਹ ਪ੍ਰਸ਼ਾਸਨ ਹੈ ਜਾਂ ਪੁਲਿਸ ਹੈ ਉਹਨਾਂ ਕੋਲੋਂ ਬੰਦਾ ਫੜਿਆ ਵੀ ਨਹੀਂ ਜਾਂਦਾ ਔਰ ਪਤਾ ਵੀ ਨਹੀਂ ਲੱਗਦਾ ਕਿ ਉਹ ਕਿੱਥੇ ਗਿਆ। ਸੋ ਮੈਂ ਇਹ ਜਿਹੜੀਆਂ ਬੁਰਾਈਆਂ ਇਹਨਾਂ ਦੇ ਖਿਲਾਫ ਮੇਰੀ ਆਵਾਜ਼ ਹਮੇਸ਼ਾ ਬੁਲੰਦ ਰਹੇਗੀ ਔਰ ਨੌਦੀਪ ਦੇ ਲਈ ਅਗਰ ਉਹ ਕਸੂਰਵਾਰ ਨਹੀਂ ਹੈ ਤੇ ਸਾਡਾ ਮਾਨਵ ਅਧਿਕਾਰ ਐਸੋਸੀਏਸ਼ਨ ਵੱਲੋਂ ਉਹਦਾ ਪੂਰਾ ਸਾਥ ਦਿੱਤਾ ਜਾਏਗਾ ਔਰ ਜਲਦ ਤੋਂ ਜਲਦ ਉਹਨੂੰ ਰਿਹਾ ਕਰਵਾਉਣ ਦੇ ਲਈ ਅਸੀਂ ਅਪੀਲ ਕਰਾਂਗੇ ਔਰ ਪੂਰੀ ਆਵਾਜ਼ ਉਠਾਵਾਂਗੇ। ਮੇਰਾ ਮੀਡੀਆ ਨੂੰ ਸੱਦਣ ਦਾ ਔਰ ਮਕਸਦ ਇਹ ਸੀ ਕਿਉਂਕਿ ਮੀਡੀਆ ਇੱਕ ਚੌਥਾ ਸਤੰਭ ਹੈ ਸਾਡਾ। ਤੁਹਾਡੇ ਰਾਹੀਂ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ, ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਅਤੇ ਤੁਸੀਂ ਵੀ ਵੱਧ ਤੋਂ ਵੱਧ ਇਸ ਚੀਜ਼ ਨੂੰ ਅੱਗੇ
ਵਧਾਓ ਔਰ ਦੱਸੋ ਲੋਕਾਂ ਨੂੰ, ਕਿਉਂਕਿ ਜੋ ਜਿੱਥੇ ਵੀ ਸਾਡੇ ਮਾਨਵ ਅਧਿਕਾਰਾਂ ਦੀ ਖੰਡਨਾ ਹੋ ਰਹੀ ਹੈ ਔਰ ਦਿਨ ਦਿਨ ਹੀ ਲੋਕਤੰਤਰ ਦਾ ਕਤਲ ਹੋ ਰਿਹਾ ਹੈ। ਅੱਖਾਂ ਬੰਦ ਆ ਰਹੀਆਂ, ਜਿੰਨੀ ਵਾਰੀ ਫਲੈਸ਼ ਵਾਲੀ ਸਾਰੀ ਫੋਟੋ 'ਚ ਅੱਖਾਂ ਬੰਦ। ਓਕੇ ਜੀ, ਸੋ ਇਹ ਚੀਜ਼ਾਂ ਜਿਹੜੀਆਂ ਅਸੀਂ ਇਹਨਾਂ ਨੂੰ ਧਿਆਨ ਰੱਖਣਾ ਪਏਗਾ ਕਿ ਅਸੀਂ ਜੋ ਮਾਨਵ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੋਈਏ ਔਰ ਅਸੀਂ ਜਗ੍ਹਾ ਜਗ੍ਹਾ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹਾਂ ਔਰ ਅਸੀਂ ਕਰਾਂਗੇ ਅੱਗੇ ਵੀ। ਔਰ ਮੈਂ ਅਵੇਅਰਨੈਸ ਵੀਕ ਇਸ ਲਈ ਵੀ ਸ਼ੁਰੂ ਕਰਨ ਲੱਗੀ ਹਾਂ ਕਿ ਜੋ ਆਪਣੇ ਸਰਕਾਰੀ ਸਕੂਲਸ ਨੇ ਜਾਂ ਪ੍ਰਾਈਵੇਟ ਸਕੂਲਸ ਨੇ, ਅਸੀਂ ਉੱਥੇ ਜਾ ਕੇ ਬੱਚਿਆਂ ਨੂੰ ਗੁੱਡ ਐਂਡ ਬੈਡ ਟੱਚ ਦੇ ਦੱਸਿਆ ਜਾਵੇ ਔਰ ਉਹਨਾਂ ਬੱਚਿਆਂ ਨੂੰ ਵੀ ਅਵੇਅਰ ਕੀਤਾ ਜਾਵੇ ਜਿਨ੍ਹਾਂ ਕਰਕੇ ਇਹ ਚੀਜ਼ਾਂ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਔਰ ਸੰਵਿਧਾਨ ਦੇ ਨਾਮ ਤੇ ਜਿਹੜੇ ਸਾਡੇ ਪ੍ਰਸ਼ਾਸਨ ਨੇ ਜੋ ਪੇਟੀਆਂ 'ਚ ਬੰਦ ਕਰਕੇ ਸੰਵਿਧਾਨ ਰੱਖੇ ਹੋਏ ਨੇ, ਔਰ ਮੇਰੇ ਖਿਆਲ ਨਾਲ ਕਿ ਉਦੋਂ ਖੁੱਲਣਗੇ ਜਦੋਂ ਕਿਸੇ ਦੇ ਨਾਲ ਹੈ ਮੰਦਭਾਗੀ ਘਟਨਾ ਘਟੇਗੀ, ਕਿਉਂਕਿ ਕਦੀ ਕਿਸੇ ਦਲਿਤ ਨਾਲ ਘਟਦੀ ਹੈ ਜਾਂ ਕਿਸੇ ਮਜ਼ਦੂਰ ਨਾਲ ਜਾਂ ਕਿਸੇ ਗਰੀਬ ਬੱਚੇ ਨਾਲ, ਤੇ ਜਾਂ ਫਿਰ ਕਿਸੇ ਦਾ ਜਿਹਦਾ ਜਿਵੇਂ ਹੁਣ ਇਹ ਮੰਦਬੁੱਧੀ ਬੱਚਾ ਸੀ। ਜਦੋਂ ਕਿਸੇ ਬੱਚੇ ਦੇ ਨਾਲ ਇਦਾਂ ਹੁੰਦਾ ਹੈ, ਪਿੱਛੇ ਹਾਥਰਸ ਕੇਸ ਹੋਇਆ ਸੀ ਯੂਪੀ ਦੇ ਅੰਦਰ, ਮੈਂ ਉਦੋਂ ਵੀ ਬਹੁਤ ਆਵਾਜ਼ ਚੁੱਕੀ ਸੀ ਕਿਉਂਕਿ ਦਲਿਤ ਪਰਿਵਾਰ ਦੀ ਲੜਕੀ ਸੀ ਲੇਕਿਨ ਆਵਾਜ਼ ਦੱਬੀ ਗਈ। ਪੋਲੀਟੀਕਲ ਮਾਮਲਿਆਂ ਦੇ ਅੰਦਰ ਆਵਾਜ਼ ਦੱਬੀ ਜਾਂਦੀ ਹੈ ਤੇ ਸੰਵਿਧਾਨ ਇਹਨਾਂ ਨੂੰ ਬਾਹਰ ਕੱਢਣੇ ਪੈਣਗੇ। ਆਜ਼ਾਦ ਦੇਸ਼ ਹੈ, ਲੋਕਤੰਤਰ ਹੈ, ਲੋਕਤੰਤਰ ਦਾ ਜਿਹੜਾ ਹੈ ਇਹ ਕਤਲ ਨਹੀਂ ਕੀਤਾ ਜਾਏਗਾ ਔਰ ਸਾਡੀ ਐਸੋਸੀਏਸ਼ਨ ਵੱਲੋਂ ਇਹ ਆਵਾਜ਼ ਹਮੇਸ਼ਾ ਬੁਲੰਦ ਰਹੇਗੀ। ਬਿਲਕੁਲ ਹੋਣੀ ਚਾਹੀਦੀ ਹੈ ਜੀ। ਪਹਿਲਾਂ ਤਾਂ ਉਹਨਾਂ ਦੇ ਸਾਰੇ ਪੇਪਰਸ ਆਏ ਹੋਏ ਆ, FIRs ਜੋ ਉੱਤੇ ਧਾਰਾ ਲੱਗੀਆਂ ਨੇ, ਜਿੰਨੀਆਂ ਉਹਦੀਆਂ ਨਾਨ ਅਵੇਲੇਬਲ ਉਹ ਹੈਗੀਆਂ, ਉਹਨਾਂ ਦੇ ਪੇਰੈਂਟਸ ਨੇ ਸਾਰਾ, ਉਹਨਾਂ ਦੇ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਰੋ ਰਹੇ ਨੇ ਕਿਉਂਕਿ ਇੱਕ 24 ਸਾਲ ਦੀ ਬੱਚੀ ਹੈ ਉਹ। ਤੇ ਮੇਰੇ ਖਿਆਲ ਨਾਲ ਲੋਕਤੰਤਰ 'ਚ ਆਪਣੀ ਆਵਾਜ਼ ਰੱਖਣ ਦਾ ਹਰ ਇੱਕ ਨੂੰ ਹੱਕ ਹੈਗਾ ਕਿ ਅਸੀਂ ਆਵਾਜ਼ ਆਪਣੀ ਬੁਲੰਦ ਕਰ ਸਕੀਏ। ਤੇ ਜੇ ਅਗਰ ਉਹਨੇ ਪ੍ਰੋਟੈਸਟ ਦਾ ਹਿੱਸਾ ਬਣੀ ਹੈ ਕਿਸਾਨ ਅੰਦੋਲਨ ਦਾ, ਜਾਂ ਉਹ ਆਪਣੇ ਕਿਸੇ ਵੈਜਿਸ ਨੂੰ ਲੈ ਕੇ ਕਿ ਉਹਨਾਂ ਨੂੰ ਘੱਟ ਤਨਖਾਹਾਂ ਮਿਲ ਰਹੀਆਂ ਸੀ ਉਸ ਲਈ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਦਾ ਕਿਸਾਨਾਂ ਦੇ ਨਾਲ ਜੁਆਇੰਟ ਹੋ ਕੇ ਇਸ ਚੀਜ਼ ਦੀ ਆਵਾਜ਼ ਚੁੱਕ ਰਹੇ ਸੀ, ਤੇ ਇਹ ਗਲਤ ਨਹੀਂ ਸੀ। ਔਰ ਅਗਰ ਕੋਈ ਮੇਲ ਪੁਲਿਸ ਕਿਸੇ ਔਰਤ ਨੂੰ ਮਾਰਦਾ ਹੈ ਜਾਂ ਇੱਦਾਂ ਦੀਆਂ ਉਹਨਾਂ ਨੂੰ ਜੋ ਉਹਦੇ ਪੇਰੈਂਟਸ ਕਹਿ ਰਹੇ ਹੈ, ਕਿਉਂਕਿ ਮੈਂ ਉਹਨੂੰ ਮਿਲੀ ਨਹੀਂ ਹੈ ਨਾ ਮੈਨੂੰ ਪਤਾ ਹੈ ਕਿ ਉਹਦੇ ਨਾਲ ਕੁਝ ਸੈਕਸੁਅਲ ਵੀ ਗਲਤ ਹੋਇਆ ਹੈ ਜਾਂ ਜੋ ਵੀ ਹੈ, ਅਸੀਂ ਹੁਣ ਇਸ ਮਾਮਲੇ ਦੀ ਤਹਿ ਤੱਕ ਜਾਵਾਂਗੇ, ਫਿਰ ਅਸੀਂ ਦੇਖਾਂਗੇ ਕਿ ਇਹਦੇ ਵਿੱਚ ਕੀ ਸੱਚਾਈ ਹੈ। ਬਿਲਕੁਲ ਜੀ, ਅਸੀਂ ਕਰਨਾਲ ਜਾਵਾਂਗੇ। ਮੈਂ ਕਰਨਾਲ ਤੋਂ ਆਉਣ ਤੋਂ ਬਾਅਦ ਵੀ ਇੱਕ ਵਾਰੀ ਤੁਹਾਨੂੰ ਮਿਲਾਂਗੀ ਔਰ ਤੁਹਾਨੂੰ ਸਾਰੀ ਸਿਚੁਏਸ਼ਨ ਦੱਸਾਂਗੀ ਕਿ ਕੀ ਉੱਥੇ ਹੈ ਔਰ ਕਿੱਦਾਂ ਨਹੀਂ ਹੈ, ਕਿਉਂਕਿ ਇੱਕ ਮੈਡਮ ਸਾਡੇ ਹੈਗੇ ਮਨੀਸ਼ਾ ਮੈਮ, ਉਹਨਾਂ ਨੇ ਜਾਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਨਹੀਂ ਇਜਾਜ਼ਤ ਮਿਲੀ ਕਿ ਉਹ ਨਹੀਂ ਜਾ ਸਕੇ, ਤੇ ਲੇਕਿਨ ਅਸੀਂ ਹਰਿਆਣਾ ਸਰਕਾਰ ਤੋਂ ਪਰਮਿਸ਼ਨ ਲਵਾਂਗੇ। ਉਸ ਦਿਨ ਇਹੀ ਤਾਂ ਸਾਨੂੰ ਪਤਾ ਕਰਨਾ ਕਿ ਕਿਉਂ ਨਹੀਂ ਮਿਲਣ ਦੇ ਰਹੇ, ਕਿਉਂਕਿ ਇਹਨਾਂ ਦੀ ਸਟੇਟਮੈਂਟ ਕੁਝ ਹੋ ਰਿਹਾ ਹੈ ਤੇ ਉਹਦੇ ਪਰਿਵਾਰ ਦੀ ਸਟੇਟਮੈਂਟ ਜੋ ਕੁਝ ਹੋ ਰਿਹਾ ਹੈ। ਔਰ ਪੁਲਿਸ ਨੇ ਜਿਸ ਦਿਨ ਉਹਨਾਂ ਤੇ ਫਾਇਰਿੰਗ ਕੀਤੀ ਹੈ ਤੇ ਉਹ ਆਪਣੇ ਬਚਾਵ ਲਈ ਤਾਂ ਹਰ ਬੰਦਾ ਪਥਰਾਵ ਵੀ ਕਰੇਗਾ, ਲਾਠੀ ਵੀ ਚੱਕੇਗਾ, ਸਭ ਕੁਝ ਕਰੇਗਾ। ਉਸ ਦਾ ਮਤਲਬ ਇਹ ਤੇ ਹੈ ਨਹੀਂ ਕਿ ਉਹਦੇ ਤੇ ਤੁਸੀਂ ਕੇਸ ਲਗਾ ਕੇ, ਕਿੰਨੀਆਂ ਉਹਦੇ ਤੇ ਧਾਰਾ ਲਗਾਈਆਂ ਨੇ ਜਿਹੜੀਆਂ ਨਜਾਇਜ਼ ਨੇ। ਔਰ ਉਹਦੇ ਮਦਰ ਨੇ ਜਿਹੜੀ ਹੈ ਐਪਲੀਕੇਸ਼ਨ ਲਿਖੀ ਹੈ, ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਉਹਨਾਂ ਦੀ ਡਾਟਰ ਦੇ ਕੋਲੋਂ ਇੱਕ ਖਾਲੀ ਪੇਪਰ ਦੇ ਉੱਤੇ ਸਾਈਨ ਕਰਵਾਏ ਗਏ ਔਰ ਉਹਦੇ ਕੋਲੋਂ ਜ਼ਬਰਦਸਤੀ ਸਾਈਨ ਕਰਵਾਏ ਨੇ। ਸੋ ਇਹ ਸਾਰੀਆਂ ਚੀਜ਼ਾਂ ਦੀ ਹੁਣ ਤਹਿ ਤੱਕ ਜਾਵਾਂਗੇ ਔਰ ਮੇਰੀ ਮੀਡੀਆ ਅੱਗੇ ਵੀ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਆਵਾਜ਼ ਬੁਲੰਦ ਕਰੋ ਔਰ ਜੋ ਸਹੀ ਹੈ ਅਸੀਂ ਉਹਦੇ ਨਾਲ ਖਲੋਈਏ ਔਰ ਨਿਆਂ ਦੇ ਖਿਲਾਫ ਖਲੋਣਾ, ਜਿੱਥੇ ਅਨਿਆਏ ਹੋ ਰਿਹਾ ਹੈ ਉੱਥੇ ਸਾਡਾ ਸਭ ਦਾ ਫਰਜ਼ ਬਣਦਾ ਹੈ, ਇੱਕ ਇਨਸਾਨੀਅਤ ਨਾਤੇ ਵੀ ਬਣਦਾ ਹੈ ਕਿ ਅਸੀਂ ਇਹ ਸਾਥ ਦਈਏ। ਉਹ ਸਾਡੇ ਪੰਜਾਬ ਦੀ ਧੀ ਹੈ, ਅਗਰ ਉਹਦੇ ਨਾਲ ਰੀਅਲ 'ਚ ਗਲਤ ਹੋ ਰਿਹਾ, ਕਸੂਰਵਾਰ ਨਹੀਂ ਹੈਗੀ, ਤਾਂ ਇਹ ਬਹੁਤ ਹੀ ਮਾੜੀ ਗੱਲ ਹੈ ਜੋ ਉਹਦੇ ਨਾਲ ਹੋ ਰਿਹਾ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਇਹੀ ਗੱਲ ਕਰਨ ਲਈ ਤੁਹਾਡੇ ਨਾਲ ਸੱਦਾ ਦਿੱਤਾ ਸੀ ਤਾਂ ਕਿ ਤੁਸੀਂ ਆਓ, ਤੁਹਾਨੂੰ ਮੈਂ ਦੱਸ ਸਕਾਂ ਕਿ ਅੱਗੇ ਵੀ ਅਸੀਂ ਕਰਨਾਲ ਜਾ ਰਹੇ ਹਾਂ, ਕਿਉਂਕਿ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਮੀਡੀਆ ਨੂੰ ਇਹ ਚੀਜ਼ ਦੱਸਾਂ, ਜ਼ਰੂਰ ਦੱਸਾਂ ਕਿ ਜੋ ਹੋ ਰਿਹਾ ਹੈ। ਲੀਗਲੀ ਹੈਗੇ ਡਾਇਰੈਕਟਰ ਨੇ ਹਿਊਮਨ ਰਾਈਟ ਇੰਟਰਨੈਸ਼ਨਲ ਐਸੋਸੀਏਸ਼ਨ ਦੇ, ਉਹ ਵੀ ਸਾਡੇ ਨਾਲ ਇਸ ਚੀਜ਼ ਨੂੰ ਐਸੋਸੀਏਟ ਕਰ ਰਹੇ ਨੇ, ਉਹ ਵੀ ਸਾਡਾ ਸਾਥ ਦੇ ਰਹੇ ਨੇ।